ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਵਾਨ ਹੋ ਦਰਸ਼ਨ ਦਿਦਾਰੇ ਮੁਖ ਵਾਕ ਬਖਸ਼ਿਸ਼ ਕੀਤੇ ਨੇ। ਅੱਜ ਦੇ ਜੋ ਪਾਵਨ ਮੁਖ ਵਾਕ ਆਪ ਸੰਗਤਾਂ ਨੇ ਸਰਵਣ ਕੀਤੇ ਨੇ, ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਜ ਦੇ ਬਚਨਾਂ ਦੇ ਉਚਾਰਨ ਕਰਤਾ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਮੁੱਖ ਵਾਕ ਨੂੰ ਰਾਗ ਸੂਹੀ ਦੇ ਅੰਦਰ ਗਾਇਨ ਕੀਤਾ। ਆਪ ਜੀਆਂ ਨੇ ਜੋ ਮੁੱਖ ਵਾਕ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 730 ਉੱਪਰ ਅੱਜ ਦਾ ਮੁੱਖ ਵਾਕ ਸੁਭਾਈਮਾਨ ਹੈ। ਬੜੇ ਪਿਆਰੇ ਬਚਨ, ਵੱਖ ਵੱਖ ਭਾਵ ਸਤਿਗੁਰੂ ਜੀ ਨੇ ਅੱਜ ਦੇ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਤਰਸ ਕਰੇ ਆਪਾਂ ਸਮੇਂ 'ਚ ਰਹਿ ਕੇ ਆਏ ਹੋਏ ਮੁੱਖ ਵਾਕ ਦੇ ਅਰਥ ਕਰ ਸਕੀਏ। ਸਤਿਗੁਰੂ ਸੱਚਾ ਪਾਤਸ਼ਾਹ ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਆਪਣੇ ਦਰੋਂ ਕਰੋ ਸਾਨੂੰ ਨਾਮ ਦੀ ਦਾਤ ਕਿਨਕਾ ਮਾਤਰ ਦੇ ਕੇ, ਤੇ ਪਾਤਸ਼ਾਹ ਜੀ ਆਪਣੀ ਮਿਹਰ ਦੇ ਆਪ ਪਾਤਰ ਬਣਾ ਲੈਣ ਜੀ। ਆਪ ਸੰਗਤ ਬਖਸ਼ੋ ਅਸੀਸ, ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ, ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਵਾਹਿਗੁਰੂ ਸੂਹੀ ਮਹੱਲਾ ਪਹਿਲਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪ੍ਰਥਾਏ ਪੰਚਮ ਪਾਤਸ਼ਾਹ ਜੀ ਨੇ ਦੋ ਥਾਂ ਇਹ ਜ਼ਿਕਰ ਕੀਤਾ। ਇੱਕ ਆਪਾਂ ਬੜਾ ਸੁਖੈਨ ਪੜ੍ਹਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਅਕਸਰ ਮੁੱਖ ਤੋਂ ਆਪਾਂ ਇਹ ਤੁਕ ਪੜ੍ਹ ਲੈਂਦੇ ਹਾਂ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ, ਪਰ ਬਹੁਤੀ ਵਾਰ ਮਨ ਮੰਨਣ ਨੂੰ ਤਿਆਰ ਨਹੀਂ ਹੁੰਦਾ। ਜਦੋਂ ਅਸੀਂ ਵੱਡਾ ਗੁਰੂ ਨਾਨਕ ਨੂੰ ਮੰਨ ਲਵਾਂਗੇ ਫਿਰ ਛੋਟਿਆਂ ਦਾ ਆਸਰਾ ਨਹੀਂ ਤੱਕਾਂਗੇ। ਇਹਦਾ ਭਾਵ ਇਹ ਹੁੰਦਾ ਸਾਡੇ ਮਨ 'ਚ ਕੋਈ ਹੋਰ ਵੱਡੇ ਦੀ ਆਸ ਹੈ, ਇਸ ਕਰਕੇ ਗੁਰੂ ਨਾਨਕ ਨੂੰ ਮੁੱਖ ਤੋਂ ਕਹਿੰਦੇ ਆ ਪਰ ਮਨ ਮੰਨਣ ਨੂੰ ਤਿਆਰ ਨਹੀਂ। ਗੁਰੂ ਤਰਸ ਕਰੇ ਕਿ ਵੱਡੇ ਕੀਆਂ ਵਡਿਆਈਆਂ ਕਿਛ ਕਹਿ ਨਾ ਜਾਏ। ਆਪਾਂ ਵੱਡੇ ਦੀਆਂ ਵਡਿਆਈਆਂ ਵੀ ਕਹੀਏ ਤੇ ਨਿਮਰਤਾ 'ਚ ਹੀ ਰਹਿ ਕੇ ਕਹੀਏ ਸਤਿਗੁਰੂ ਜੀ ਆਪਾਂ ਤੁਹਾਡੀ ਵਡਿਆਈ ਕੀ ਕਰ ਸਕਦੇ ਹਾਂ, ਕਿਉਂਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਪਾਤਸ਼ਾਹ ਅਸੀਂ ਮੂਰਖ ਹਾਂ, ਅਪਰਾਧਾਂ ਦੇ ਭਰੇ ਹਾਂ, ਤੁਹਾਡੀ ਕਿਰਪਾ ਹੋਵੇ ਤੇ ਅਸੀਂ ਤਰ ਸਕਦੇ ਹਾਂ, ਤਰ ਜਾਂਦੇ ਹਾਂ। ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ। ਗੁਰੂ ਨਾਨਕ ਨੂੰ ਜਿਨ੍ਹਾਂ ਨੇ ਸੁਣਿਆ। ਵੇਖੋ ਸਰੀਰ ਹਯਾਤੀ 'ਚ ਗੁਰੂ ਜੀ ਸਨ 1469 'ਚ ਆਉਂਦੇ ਆ ਤੇ 1539 'ਚ ਜੋਤੀ ਜੋ ਸਮਾ ਜਾਂਦੇ, ਪਰ ਗੁਰੂ ਨਾਨਕ ਕਿਤੇ ਨਹੀਂ ਗਏ। 10 ਜਾਮਿਆਂ ਵਿੱਚ ਉਹੀ ਜੋਤ ਵਰਤੀ ਤੇ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਹੋ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਆਤਮਾ ਗ੍ਰੰਥ ਤੇ ਸਰੀਰ ਪੰਥ ਦੇ ਵਿੱਚ ਤੇ ਮੱਥਾ ਟੇਕ ਦਿੰਦੇ ਆ, ਉਸ ਸ਼ਬਦ ਨੂੰ ਜਦੋਂ ਗੁਰੂ ਨਾਨਕ ਦੀ ਬਾਣੀ ਨੂੰ ਅੱਜ ਵੀ ਮੁੱਖ ਵਾਕ ਗੁਰੂ ਦਾ, ਇਹ ਗੁਰੂ ਦੀ ਬਾਣੀ ਨੂੰ ਕੰਨਾਂ ਰਾਹੀਂ ਸੁਣਨ ਦਾ ਭਾਵ ਹੈ ਗੁਰੂ ਨੂੰ ਜਿਹੜੇ ਸੁਣ ਰਹੇ ਨੇ ਅੱਜ ਵੀ ਤੇ ਜਿਹੜੇ ਪਿੱਛੇ ਸੁਣ ਚੁੱਕੇ ਆ ਤੇ ਅਗਾਂਹ ਵੀ ਜਿਹੜੇ ਸੁਣਨਗੇ। ਮਹਾਰਾਜ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ। ਦੂਜੀ ਬੇਨਤੀ ਪੇਖਿਆ। ਤੇ ਜਦੋਂ ਗੁਰੂ ਦਾ ਇਤਿਹਾਸ ਪੜ੍ਹਦੇ ਨਾ ਆਪਾਂ ਅੱਜ, ਤੇ ਸੱਚ ਇਹ ਵਿਸਾਖੀਆਂ ਦੇ ਨਾਲ ਜਿੰਨੀ ਸੰਗਤ ਜੀ ਸਾਡੀ ਸੁਰਤ ਮੈਲੀ ਨਹੀਂ ਨਾ ਹੋਵੇਗੀ, ਜਿੰਨੀ ਸੁਰਤ 'ਚ ਮੈਲ ਘੱਟ ਹੋਵੇਗੀ, ਤੁਸੀਂ ਕੋਈ ਸਾਖੀ ਸੁਣਿਓ ਤੁਹਾਡਾ ਅੰਦਰ ਪਤੀਜੇਗਾ। ਮੈਂ ਸੁਣਾਵਾਂਗਾ ਸੁਰਤ ਯਾਤਰਾ ਕਰੂਗੀ, ਪਰ ਜੇ ਅੰਦਰ ਮੈਲਾ ਹੋਵੇਗਾ ਤੇ ਮਨ ਟਿਕਣਾ ਹੀ ਨਹੀਂ। ਗੁਰੂ ਸਾਹਿਬ ਕਿਰਪਾ ਕਰੇ ਕਿ ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਤੇ ਮਹਾਰਾਜ ਕਹਿੰਦੇ ਸੇ ਫਿਰ ਗਰਭਾਸ ਨਾ ਪਰਿਆ ਰੇ। ਅਸੀਂ ਸਾਰੇ ਆਪਣੇ ਪਿਤਰਾਂ ਨਿਮਿਤੇ ਅਰਦਾਸ ਨਹੀਂ ਕਰਾਂਦੇ
कि भाई साहब अरदास करो कि वो फिर ਵੱਖ-ਵੱਖ ਜੂਨਾਂ 'ਚ ਨਾ ਭਟਕਣ, ਉਹਨਾਂ ਦਾ ਆਵਾਗਮਨ ਮੁੱਕ ਜੇ, ਉਹਨਾਂ ਦਾ 84 ਦਾ ਗੇੜ ਮੁੱਕ ਜੇ। ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਪਿੱਤਰਾਂ ਨਿਮਿਤ ਤੂੰ ਇਹ ਅਰਦਾਸ ਕਰਾਨਾ ਉਹਨਾਂ ਦਾ ਗੇੜ ਮੁੱਕੇ, ਆਪਣੇ ਲਈ ਵੀ ਯਤਨਸ਼ੀਲ ਰਹਿ ਕਿ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਆ, ਗੁਰੂ ਨਾਨਕ ਨੂੰ ਸੁਣਨਾ, ਕਿਉਂਕਿ ਜਿਹੜੇ ਗੁਰੂ ਨਾਨਕ ਨੂੰ ਸੁਣਦੇ ਦਰਸ਼ਨ ਕਰਦੇ ਉਹਨਾਂ ਦੇ ਆਵਾਗਮਨ ਦੇ ਗੇੜ ਮੁੱਕ ਜਾਂਦੇ ਆ। ਇਹ ਆਪਾਂ ਭਾਵ ਬਣਾਉਣਾ ਸਾਧ ਸੰਗਤ ਜੀ। ਸੋ ਗੁਰੂ ਕਿਰਪਾ ਕਰਦੇ ਨੇ ਜੋਗੀ ਹੋਵੈ ਜੋਗ ਵੈ, ਭੋਗੀ ਹੋਵੈ ਖਾਏ। ਇੱਕ ਇੱਕ ਅੱਖਰ ਤੇ ਆਪਾਂ ਰੁਕ ਕੇ ਗੁਰੂ ਸਾਹਿਬ ਦੀ ਬਾਣੀ ਦਾ ਅੱਜ ਰਸ ਲੈਂਦੇ ਆ। ਗੁਰੂ ਜੀ ਕਹਿੰਦੇ ਜਿਵੇਂ ਜੋਗੀ ਹੁੰਦੇ ਉਹਨਾਂ ਨੂੰ ਆਪਣੀ ਜੋਗ ਵਿਦਿਆ ਜੋਗ ਸਾਧਨਾ ਹੀ ਚੰਗੀ ਲੱਗਦੀ। ਜੋਗੀ ਹੋਵੈ ਜੋਗ ਵੈ, ਉਹ ਕਹਿੰਦੇ ਕਿ ਸਾਡਾ ਜੋ ਅਸੀਂ ਕਰਮ ਕਰਦੇ ਪਏ ਹਾਂ ਇਹ ਸਭ ਕੁਝ ਹੈ। ਭੋਗੀ ਹੋਵੈ ਖਾਏ, ਭੋਗੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਗ੍ਰਸਤੀਆਂ ਨੂੰ, ਜੋ ਸੰਸਾਰਿਕ ਬਿਰਤੀ ਵਾਲੇ ਲੋਕ ਨੇ, ਕਹਿੰਦੇ ਬਹੁਤਾ ਖਾਣ ਵਾਲੇ ਨੂੰ, ਭੋਗੀ ਬਿਰਤੀ ਵਾਲੇ ਨੂੰ ਇਹ ਚੰਗਾ ਲੱਗਦਾ, ਲੋ ਜੀ ਖਾਓ ਪੀਓ ਐਸ਼ ਕਰੋ ਬਸ ਠੀਕ ਹੈ ਇੰਨਾ ਕੀ। ਮਹਾਰਾਜ ਕਹਿੰਦੇ ਤਪੀਆ ਹੋਵੈ ਤਪ ਕਰੇ, ਤਪੀ ਬੰਦਾ ਕਹਿੰਦਾ ਕਿ ਤਪ ਸਭ ਤੋਂ ਵੱਡੀ ਚੀਜ਼ ਹੈ, ਤਪ ਤੋਂ ਅੱਗੇ ਹੈ ਹੀ ਕੁਝ ਨਹੀਂ। ਤਿੰਨ ਇੱਥੇ ਗੁਰੂ ਸਾਹਿਬ ਨੇ ਗੱਲ ਕੀਤੀ। ਚੌਥੀ ਥਾਂ ਮਰਜ ਕਹਿੰਦੇ ਤੀਰਥ ਮਲ ਮਲ ਨਹਾਏ। ਕਈਆਂ ਨੂੰ ਤੀਰਥ ਯਾਤਰਾਵਾਂ ਦਾ ਬੜਾ ਸ਼ੌਂਕ ਹੁੰਦਾ, ਉਹ ਕਹਿੰਦੇ ਕਿ ਤੀਰਥ ਇਸ਼ਨਾਨ ਕਰ ਲਿਆ, ਯਾਤਰਾਵਾਂ ਕਰ ਲਈਆਂ, ਇਹੀ ਸਭ ਕੁਝ ਮਲ ਮਲ ਕੇ ਨਹਾ ਲਿਆ ਕਿਸੇ ਜਾ ਕੇ ਪਵਿੱਤਰ ਨਦੀ 'ਚ, ਇਹਦੇ ਨਾਲ ਹੀ ਸਭ ਜਿਹੜਾ ਕਾਰਜ ਸੰਪੰਨ ਹੋ ਜਾਂਦਾ। ਪਰ ਗੁਰੂ ਸਾਹਿਬ ਤੋਂ ਪੁੱਛੀਏ, ਮਹਾਰਾਜ ਇਸ ਗੱਲ ਨੂੰ ਪ੍ਰੋੜਤਾ 'ਚ ਲੈ ਕੇ ਆਂਦੇ। ਵੇਖੋ ਦੋ ਭਾਵ ਨੇ। ਪਹਿਲਾ ਆਪਾਂ ਪੜ੍ਹਿਆ ਜੋਗੀ ਹੋਵੈ ਜੋਗ ਵੈ, ਪਰ ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਪਸਮ ਚੜਾਈ ਹੈ, ਜੋਗ ਨਾ ਮੁੰਦੀ ਮੂੰਡ ਮੁੰਡਾਇਆ ਜੋਗ ਨਾ ਸਿੰਘੀ ਵਾਈ ਹੈ। ਗੁਰੂ ਸਾਹਿਬ ਕਹਿੰਦੇ ਬਾਹਰ ਦਾ ਜੋਗ ਅਖਤਿਆਰ ਕਰ ਲੈ, ਪਰ ਪਾਤਸ਼ਾਹ ਕਹਿੰਦੇ ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋਣਾ। ਪਰਮਾਤਮਾ ਦਾ ਮਿਲਾਪ ਉਦਣ ਹੋਵੇਗਾ ਜਿੱਦਣ ਤੇਰਾ ਮਨ ਜੋਗ 'ਚ ਚਲਿਆ ਗਿਆ। ਵੇਖੋ ਅਸੀਂ ਮਨ ਕਰਕੇ ਜੋਗ ਧਾਰਨਾ, ਉਹ ਮੈਂ ਅਗਾਂਹ ਆਪ ਜੀਆਂ ਨਾਲ ਬੇਨਤੀ ਕਰਦਾ। ਇੱਥੇ ਮਹਾਰਾਜ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀ ਹੈ। ਅੰਜਨ ਦਾ ਅਰਥ ਹੁੰਦਾ ਸੰਗਤ ਜੀ ਕਾਲਖ, ਸੁਰਮਾ ਜਿਹਨੂੰ ਕਹਿੰਦੇ ਆ। ਇਹ ਸੰਸਾਰ ਜਿਹੜਾ ਕਾਲਖ ਦਾ ਭਰਿਆ। ਬਾਬਾ ਕਬੀਰ ਜੀ ਕਹਿੰਦੇ ਨਾ, ਕਬੀਰ ਇਹ ਜਿਹੜੀ ਕੋਠੀ ਹੈ ਕਾਜਲ ਕੀ ਕੋਠੜੀ ਅੰਧ ਪਰੇ ਤੇ ਸਮਾਹੇ। ਗੁਰੂ ਸਾਹਿਬ ਕਹਿੰਦੇ ਇਹਦੇ ਵਿੱਚ ਅਗਿਆਨਤਾ ਰੂਪੀ ਅੰਨੇ ਆ ਕੇ ਵਸ ਗਏ ਨੇ। ਪਰ ਖੌਂ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ। ਮੈਂ ਉਹਨਾਂ ਤੋਂ ਸਦਕਿਆਂ ਜਿਹੜੇ ਆਏ, ਪਰ ਜਿਨ੍ਹਾਂ ਨੇ ਗੁਰੂ ਸ਼ਬਦ ਦਾ ਆਸਰਾ ਲਿਆ ਤੇ ਸਾਚੇ ਵੇ ਅਸ਼ੋਹ ਹੋ ਕੇ, ਅਪਰਸ ਹੋ ਕੇ ਇਸ ਸੰਸਾਰ ਦੀ ਕਾਲਖ 'ਚ ਉਹਨਾਂ ਨੇ ਆਪਣੇ ਆਪ ਨੂੰ ਲਿਬੜਨ ਨਹੀਂ ਦਿੱਤਾ ਤੇ ਸਹਿਜ ਹੀ ਸੁਰਤ ਕਰਕੇ ਪਾਰ ਲੰਘ ਗਏ। ਜਿਹੜੀ ਬੇਨਤੀ ਕਰਨੀ ਕਿ ਕਬੀਰ ਜਗ ਕਾਜਲ ਕੀ ਕੋਠੜੀ ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਏ। ਹੁਣ ਇੱਥੇ ਗੁਰੂ ਸਾਹਿਬ ਨੇ ਉਹੀ ਗੱਲ ਕਹੀ ਕਿ ਅੰਜਨ ਮਾਹੇ ਨਿਰੰਜਨ ਰਹੀ ਹੈ। ਨਿਰੰਜਨ ਦਾ ਭਾਵੇਂ ਨਿਰਅੰਜਨ ਹੋ ਜਾ, ਕਾਲਖ ਤੋਂ ਰਹਿਤ ਹੋ ਜਾ। ਇੱਕ ਪਾਸੇ ਦੁਨੀਆ 'ਚ ਅਸੀਂ ਕਹਿੰਦੇ ਹਾਂ ਇਹ ਸੰਸਾਰ ਵਿਕਾਰਾਂ ਦਾ ਚਿੱਕੜ ਹੈ। ਮਹਾਰਾਜ ਵੀ ਕਹਿੰਦੇ ਤਿਤ ਸਰਵਰੜੈ ਭਈ ਲੈ ਨਿਵਾਸਾ। ਪਰ ਗੁਰੂ ਜੀ ਕਹਿੰਦੇ ਆ ਤੂੰ ਜਦੋਂ ਸ਼ਬਦ ਦਾ ਆਸਰਾ ਲਵੇਂਗਾ ਤੇ ਤੂੰ ਇਸ ਚਿੱਕੜ 'ਚ ਨਹੀਂ ਲਿਬੜੇਂਗਾ। ਮਹਾਰਾਜ ਕਿਰਪਾ ਕਰਕੇ ਕਹਿ ਰਹੇ ਨੇ ਅੱਜ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ। ਇਸੇ ਸ਼ਬਦ 'ਚ ਗੁਰੂ ਸਾਹਿਬ ਨੇ ਦੱਸਿਆ ਕਿ ਸਿੱਖ ਨੇ ਕਿਹੜਾ ਜੋਗ ਧਾਰਨ ਕਰਨਾ ਹੈ। ਉਹਨੂੰ ਮਹਾਰਾਜ ਕਹਿੰਦੇ ਨੇ ਅਖੀਰ ਤੇ ਜਾ ਕੇ ਨਾਨਕ ਜੀਵ ਤਿਆਂ ਮਰ ਰਹੀ ਹੈ, ਐਸਾ ਜੋਗ ਕਮਾਈਐ ਵਾਜੇ ਵਾਜੋ ਸਿੰਘੀ ਵਾਜੈ ਤੋ ਨਿਰਭਉ ਪਦ ਪਾਈਐ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਓ ਦੁਨੀਆ ਦੇ ਲੋਗੋ, ਜੋ ਇੱਕ ਵਾਜਾ ਵਜਾਉਂਦੇ ਨੇ ਸਿੰਘੀ ਨਾਦ ਉਹਦੇ ਵਿੱਚੋਂ ਨਿਕਲਦਾ ਇਹ ਜੋਗੀ। ਪਰ ਗੁਰੂ ਸਾਹਿਬ ਕਹਿੰਦੇ ਜਿਹੜੇ ਜਿਉਂਦਿਆਂ ਜੀ ਮੋਏ ਹੋ ਜਾਣਗੇ, ਜਿਹੜੇ ਜਿਉਂਦਿਆਂ ਜੀ ਵਾਸ਼ਨਾਵਾਂ ਨੂੰ ਤਿਆਗ ਦੇਣਗੇ, ਜਿਹੜੇ ਜਿਉਂਦਿਆਂ ਜੀ ਸੱਚ ਏਵੇਂ ਆਸਾਵਾਂ ਨੂੰ ਤਿਆਗ ਦੇਣਗੇ। ਮਹਾਰਾਜ ਕਹਿੰਦੇ ਜਿਹੜੇ ਜਿਉਂਦਿਆਂ ਜੀ ਸ਼ਬਦ ਵਿੱਚ ਆਪਣੇ ਮਨ ਨੂੰ ਮਾਰ ਦੇਣਗੇ
ਉਹ ਅਸਲ ਦੇ ਵਿੱਚ ਉਸ ਜੋਗ ਨੂੰ ਪਾਣਗੇ। ਜੋਗ ਦੇ ਵੈਸੇ ਅਖਰੀ ਅਰਥ ਨੇ ਮਿਲਾਪ ਪ੍ਰਮਾਤਮਾ ਦਾ। ਹੁਣ ਦੂਜੇ ਪਾਸੇ ਕਹਿੰਦੇ ਇੱਕ ਵਾਜਾ ਸਿੰਘੀ ਦਾ ਵਜਾਣਾ ਪੈਂਦਾ ਤੇ ਫੇਰ ਵੱਜਦਾ। ਜਿੱਦਣ ਸ਼ਬਦ ਦੀ ਕਮਾਈ ਮਨ ਨੂੰ ਸ਼ਬਦ 'ਚ ਮਾਰ ਕੇ ਕਰੋਗੇ, ਤੁਹਾਨੂੰ ਵਾਜੇ ਵਜਾਉਣੇ ਨਹੀਂ ਪੈਣੇ। ਇੱਕ ਦਿਨ ਉਸ ਅਵਸਥਾ 'ਚ ਪਹੁੰਚੋਗੇ, ਤੁਹਾਡੇ ਅੰਦਰੋਂ ਤੁਹਾਨੂੰ ਧੁਨੀਆਂ ਸੁਣਾਈਆਂ ਦੇਣਗੀਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਇਹ ਅਵਸਥਾ ਬਣੂਗੀ। ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਜੋਗ ਕਮਾਈਐ, ਵਾਜੇ ਵਾਜੋ ਸਿੰਘੀ ਵਾਜੈ, ਤੋ ਨਿਰਭਉ ਪਦ ਪਾਈਐ। ਪਦ ਕਹਿੰਦੇ ਪਦਵੀ ਨੂੰ, ਨਿਰਭਉ ਵਾਲੀ ਪਦਵੀ ਮਿਲੂਗੀ। ਮੌਤ ਦਾ ਡਰ ਨਿਕਲ ਜੇਗਾ, ਸੰਸੇ ਮੁੱਕ ਜਾਣਗੇ। ਇੱਕ ਦੇਖੋ, ਇੱਕ ਤੋਖਲਾ ਨਾ ਸਾਡੇ ਅੰਦਰ। ਮਹਾਤਮਾ ਬੁੱਧ ਜੀ ਕਹਿੰਦੇ ਬੰਦਾ ਬਹੁਤ ਚਿੰਤਾ 'ਚ ਹੈ। ਪਹਿਲੀ ਚਿੰਤਾ ਇਹ ਕਿ ਮੇਰੇ ਕੋਲ ਜੋ ਹੈ ਕਿਤੇ ਚਲਿਆ ਨਾ ਜਾਏ। ਹਰ ਬੰਦੇ ਨੂੰ ਹੁੰਦਾ ਨਾ, ਅੱਜ ਜੋ ਸੁੱਖ ਦੀ ਨੀਂਦ ਮੈਂ ਲੈ ਰਿਹਾ, ਮੇਰੇ ਵਿਹੜੇ ਵਿੱਚ, ਮੇਰੇ ਆਂਗਣ 'ਚ ਧੀਆਂ ਪੁੱਤ ਬੱਚੇ ਪੋਤੇ ਪੋਤਰੀਆਂ ਖੇਡਦੇ ਪਏ ਆ, ਬਹੁਤ ਕੁਝ ਇਹ ਪਾਤਸ਼ਾਹ ਕਿਤੇ ਚਲਿਆ ਨਾ ਜਾਏ। ਬੰਦੇ ਅੰਦਰ ਇੱਕ ਤੋਖਲਾ ਲੱਗਾ ਰਹਿੰਦਾ। ਤੇ ਦੂਜਾ ਇਹ ਹੁੰਦਾ ਕਿ ਮੇਰੇ ਕੋਲ ਉਹ ਵੀ ਆ ਜੇ, ਉਹ ਵੀ ਆ ਜੇ, ਇਹ ਵੀ ਇੱਕ ਚਿੰਤਾ ਹੈ। ਇਹ ਦੋਨਾਂ ਚਿੰਤਾ 'ਚ ਬੰਦਿਆ ਘਿਰਿਆ ਰਹਿੰਦਾ। ਪਰ ਜਿੱਦਣ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕਰ ਦਿੰਦਾ, ਉਦੋਂ ਫਿਰ ਮਹਾਰਾਜ ਕਹਿੰਦੇ ਸਾਰੇ ਭਉ ਸਾਰੇ ਤੋਖਲੇ ਸੰਸੇ ਮੁੱਕ ਜਾਂਦੇ ਆ। ਫਿਰ ਉਹੀ ਗੱਲ ਕਹਿੰਦਾ, ਜੇ ਖੈ ਤੇ ਤੇਰਾ, ਤੇ ਜੇ ਲੈ ਵੀ ਲਏਗਾ ਮੇਰਾ ਕੀ ਆ, ਤੇਰੇ ਆ, ਤੂੰ ਵਾਪਸ ਲੈ ਜਾਏਗਾ। ਦੇਖੋ ਜ਼ਿੰਦਗੀ ਬਦਲ ਜਾਂਦੀ ਜਦੋਂ ਸ਼ਬਦ ਦਾ ਅਭਿਆਸ ਕਰੀਏ। ਸੋ ਗੁਰੂ ਪਾਤਸ਼ਾਹ ਕਹਿੰਦੇ ਨੇ, ਤੋ ਨਿਰਭਉ ਪਦ ਪਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਤੋ ਪਾਈਐ। ਸੋ ਇੱਦਾਂ ਵਾਹਿਗੁਰੂ ਜੀ ਪਹਿਲਾ ਅੱਖਰ ਹੈ ਕਿ ਜੋਗੀ ਹੋਵੈ ਜੋਗ ਵੈ। ਅਸੀਂ ਜਪ ਦਾ ਪਾਠ ਕਰਦੇ ਹਾਂ, ਗੁਰੂ ਸਾਹਿਬ ਨੇ ਉਸ ਜਪ ਦੇ ਪਾਠ 'ਚ ਕਿਹਾ ਸਿੱਖ ਕਿਹੋ ਜਿਹਾ ਜੋਗੀ ਹੋਵੇ। ਵੇਖੋ ਜੋਗ ਮਤ 'ਚ ਨਾ ਕੁਝ ਉਹ ਸਿੰਬਲ ਪ੍ਰਤੀਕ ਦੱਸਦੇ ਆ ਕਿ ਜਿਵੇਂ ਕੰਨੀ ਮੁੰਦਰਾਂ ਪਾਣੀਆਂ, ਜਟਾ ਜੂਟ ਹੋ ਜਾਣਾ, ਉਹਨਾਂ ਦੇ ਕੋਲ ਇੱਕ ਡੰਡਾ ਹੁੰਦਾ, ਗੋਦੜੀ ਹੁੰਦੀ, ਖੱਪਰ ਹੁੰਦਾ। ਇਹ ਸਾਰੇ ਸਤਿਗੁਰੂ ਨੇ ਪ੍ਰਤੀਕ ਵਰਤੇ। ਮਹਾਰਾਜ ਕਹਿੰਦੇ ਮੇਰਾ ਹਰ ਸਿੱਖ ਉਹ ਜੋਗੀ ਹੈ ਭਾਈ। ਕੌਣ? ਜਿਹਦੇ ਕੋਲ ਕਹਿੰਦੇ ਸੰਤੋਖ ਦੀਆਂ ਮੁੰਦਰਾਂ ਆ ਗਈਆਂ। ਅਸੀਂ ਆਪਣੇ ਆਪ ਵੱਲ ਝਾਤ ਮਾਰੀਏ ਕਿ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਰੋਜ਼ ਬਹਿਨਾ ਆ ਕੇ, ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਕਿ ਬਾਣੀ ਪੜ੍ਹ ਕੇ ਮਨ ਸੰਤੋਖੀ ਹੋ ਗਿਆ। ਜੇ ਅਜੇ ਮਨ ਸੰਤੋਖੀ ਨਹੀਂ ਹੋਇਆ ਤੇ ਮਨਾ ਅਰਦਾਸ ਕਰ। ਪਾਤਸ਼ਾਹ ਨੇ ਪਹਿਲਾ ਇਹ ਗੁਣ ਦੱਸਿਆ ਗੁਰਸਿੱਖ ਜੋਗੀ ਦਾ ਕਿ ਮੁੰਦਾ ਸੰਤੋਖ। ਸੌਖੀ ਬਾਣੀ ਨਾਲ ਪੜ੍ਹਿਆ ਕਰੋ, ਰਸ ਵੱਧ ਆਊਗਾ। ਸੰਤੋਖ ਦੀਆਂ ਮੁੰਦਾ ਕੰਨੀ ਪਾ। ਮਹਾਰਾਜ ਕਹਿੰਦੇ ਤੂੰ ਇਹ ਜੋਗ ਕਮਾਉਣਾ ਹੈ। ਮੁੰਦਾ ਸੰਤੋਖ ਸਰਮ ਪੱਤ ਝੋਲੀ। ਧਿਆਨ ਨਾਲ ਸੁਣਿਓ, ਪੱਤ ਕਹਿੰਦੇ ਖੱਪਰ ਨੂੰ, ਝੋਲੀ ਜਿਹੜੀ ਉਹਨਾਂ ਦੇ ਕੋਲ ਹੁੰਦੀ ਆ। ਤੇ ਸ਼ਰਮ ਦਾ ਭਾਵ ਹੁੰਦਾ ਮਿਹਨਤ। ਗੁਰੂ ਸਾਹਿਬ ਕਹਿੰਦੇ ਮੇਰਾ ਸਿੱਖ ਆਲਸੀ ਨਾ ਹੋਵੇ। ਅਸੀਂ ਨਾ ਕੋਈ ਬੰਦਾ ਬਹੁਤੀ ਮਿਹਨਤ ਕਰੇ ਨਾ, ਅਸੀਂ ਕਹਿੰਦੇ ਲਾਲਚੀ ਬੜਾ ਜੀ, ਦਿਨ ਰਾਤ ਹੀ ਮਾਇਆ ਮਾਇਆ। ਨਹੀਂ, ਮਹਾਰਾਜ ਕਹਿੰਦੇ ਵੇਖੋ ਲਾਲਚ ਉਹ ਹੈ ਜਦੋਂ ਕਿਸੇ ਦਾ ਖੋਨੇ ਆ। ਆਪਣੇ ਲਈ ਮਿਹਨਤ ਕਰੋ, ਦਿਨ ਰਾਤ ਇੱਕ ਕਰੋ, ਇਹ ਲਾਲਚ ਨਹੀਂ। ਪਰ ਹਾਂ ਕੰਮ ਕਰਦਿਆਂ ਵਾਹਿਗੁਰੂ ਨੂੰ ਚੇਤੇ ਰੱਖੋ ਤੇ ਜੋ ਨੇਮ ਧਰਮ ਹੈ ਉਹ ਤਾਂ ਨਿਭਾਉਣਾ ਹੀ ਹੈ। ਸੋ ਸਰਮ ਪੱਤ ਝੋਲੀ। ਮਹਾਰਾਜ ਕਹਿੰਦੇ ਮੇਰਾ ਸਿੱਖ ਮਿਹਨਤੀ ਹੋਵੇ। ਇੱਕ ਵਾਰੀ ਇੱਥੇ ਬੇਨਤੀ ਕੀਤੀ ਸੀ ਕਿ ਜੇ ਆਲਸ ਹੋਵੇਗਾ ਉਹ ਸੱਚੇ ਵਿੱਚ ਸੰਸਾਰ 'ਚ ਵੀ ਕਾਮਯਾਬ ਨਹੀਂ, ਤੇ ਆਲਸੀ ਬੰਦਾ ਧਰਮ ਦੀ ਦੁਨੀਆ 'ਚ ਵੀ ਕਾਮਯਾਬ ਨਹੀਂ। ਹਮੇਸ਼ਾ ਚਾਹੇ ਧਰਮੀ ਹੋਵੋ ਚਾਹੇ ਸੰਸਾਰਿਕ, ਆਲਸ ਨੂੰ ਦਿਲੋਂ ਲਾਣਾ ਪੈਂਦਾ, ਇਸ ਗਫਲਤ ਨੂੰ। ਸੋ ਕਿਰਪਾ ਮਹਾਰਾਜ ਕਰਨ ਕਿ ਮੁੰਦਾ ਸੰਤੋਖ ਸਰਮ ਪੱਤ ਝੋਲੀ, ਧਿਆਨ ਕੀ ਕਰੈ ਵਿਭੂਤ। ਵਿਭੂਤ ਕਹਿੰਦੇ ਸਵਾ। ਤੁਹਾਨੂੰ ਪਤਾ ਜੋਗੀ ਲੋਕ ਸਵਾਹ ਕਿਉਂ ਮਲਦੇ? ਸ਼ਿਵ ਜੀ ਦੇ ਵੀ ਪੂਰੇ ਸਰੀਰ 'ਤੇ ਸਵਾਹ ਸੀ। ਇੱਕ ਪ੍ਰਤੀਕ ਹੁੰਦਾ, ਇਹ ਪ੍ਰਤੀਕ ਹੁੰਦਾ ਕਿ ਆਪਾਂ ਦੁਨੀਆ ਵੱਲੋਂ ਮਰ ਚੁੱਕੇ ਹਾਂ। ਸਵਾਹ ਦਾ ਭਾਵੇਂ ਕਿ ਜਿਸ ਪਿੰਡੇ 'ਤੇ ਸਵਾਹ ਹੋਵੇਗੀ, ਇਹ ਪ੍ਰਤੀਕ ਦੱਸਦਾ ਕਿ ਦੁਨੀਆ ਦੇ ਲੋਗੋ ਮੈਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਜਿੱਤ ਲਿਆ, ਮੈਂ ਸੰਤੋਖ ਬਿਰਤੀ ਧਾਰਨ ਕਰ ਲਈ ਆ, ਮੇਰੇ 'ਚ ਤ੍ਰਿਸ਼ਨਾ ਮੁੱਕ ਚੁੱਕੀ ਆ। ਪਾਤਸ਼ਾਹ ਕਹਿੰਦੇ ਬਹੁਤ ਵਾਰ ਇੱਦਾਂ ਹੁੰਦਾ ਕਿ ਲੋਕ ਸਿੰਬਲ ਤਾਂ ਪਾ ਲੈਂਦੇ ਆ, ਸਿਰ ਤੋਂ ਲੈ ਕੇ ਪੈਰਾਂ ਤੱਕ ਤਨ ਨੂੰ ਸਵਾ ਨਾਲ ਮਲ ਲੈਂਦੇ ਆ, ਪਰ ਉਹਨਾਂ ਦੇ ਅੰਦਰ ਸੱਚ ਇਵੇਂ ਤ੍ਰਿਸ਼ਨਾ ਦੇ ਅੱਗ ਦੇ ਭਾਂਬੜ ਮੱਚ ਰਹੇ ਹੁੰਦੇ ਆ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਇੱਕ ਸਾਖੀ ਹੈ। ਇੱਕ ਵਾਰ ਇੱਕ ਜੋਗੀ ਆਇਆ, ਇਹਦਾ ਨਾਮ ਵੀ ਲਿਖਿਆ ਸੰਤੋਖ ਦਾਸ ਕਰਕੇ, ਤੇ ਨਾਮ ਬੜਾ ਰੱਖਿਆ ਇਹਨੇ ਕਿ ਸੰਤੋਖੀ ਬੰਦਾ। ਸਰੀਰ 'ਤੇ ਸਵਾ ਮਲੀ, ਤੇ ਸਵਾ ਵੀ ਬਹੁਤ ਜ਼ਿਆਦਾ ਮਲੀ। ਤੇ ਬਾਬਾ ਸੁਥਰਾ ਸ਼ਾਹ ਜੀ ਨਾ ਲਾਗੇ ਤੇ ਬਹਿ ਗਏ ਆ ਕੇ,
ਤੇ ਕਹਿੰਦੇ ਕਿ ਤੁਸੀਂ ਆ ਸਵਾ, ਕਹਿੰਦੇ ਹਾਂ ਅਸੀਂ ਅਜਿੱਤ ਹੋ ਗਏ ਆ, ਮਨ ਜਿੱਤ ਲਿਆ, ਸਾਨੂੰ ਦੁਨੀਆ ਦੇ ਵਕਾਰ ਨਹੀਂ ਪਾਉਂਦੇ, ਨਾ ਗੁੱਸਾ ਹੁੰਦਾ, ਨਾ ਕਾਮ ਸਤਾਉਂਦਾ, ਨਾ ਲੋਭ ਸਤਾਉਂਦਾ, ਨਾ ਦੁਨੀਆ ਦਾ ਮੋਹ ਸਤਾਉਂਦਾ। ਕਹਿੰਦੇ ਬਾਬਾ ਸੁਥਰਾ ਜੀ ਨੇ ਪਤਾ ਹੀ ਕੀਤਾ, ਧਿਆਨ ਨਾਲ ਸੁਣਿਓ, ਕਹਿੰਦੇ ਸਰੀਰ ਤੇ ਨਾ ਨਿੱਕੀ ਜੀ ਚੁੰਡੀ ਵੜਤੀ ਤੇ ਥੋੜੀ ਜੀ ਸਵਾ ਲਾ ਲਈ। ਕਹਿਣ ਲੱਗੇ ਸੀ, ਹੁਣ ਬਾਬਾ ਜੀ ਦਾ ਆਪਣਾ ਹੀ ਇੱਕ ਮੌਜ ਹੁੰਦੀ ਸੀ, ਕਹਿਣ ਲੱਗੇ ਕਿ ਸੱਚੀਓ ਤੁਸੀਂ ਤਿਆਗੀ ਹੋ ਗਏ ਹੋ? ਕਹਿੰਦੇ ਹਾਂ। ਉਹ 2 ਮਿੰਟ ਪਏ, ਫਿਰ ਇੱਕ ਚੁੰਡੀ ਵੜਤੀ। ਉਹ ਥੋੜਾ ਜਿਹਾ ਖਿੱਚ ਕੇ ਪਿਓ, ਕਹਿਣ ਲੱਗਾ ਟਿਕਦਾ ਨਹੀਂ ਤੂੰ? ਉਹ ਕਹਿੰਦਾ ਨਹੀਂ, ਬਸ ਮੈਂ ਵੇਖ ਰਿਹਾ ਕਿ ਜੋਗੀ ਜੀ ਕਿੰਨੇ ਕੁ ਪੁੱਗੇ ਆ। ਜਦੋਂ ਤੀਜੀ ਵਾਰੀ ਪੁੱਟੀ, ਉਹਨੇ ਉੱਚੀ ਜੀ ਬੋਲ ਕੇ ਕਿਹਾ, ਹੁਣ ਜੋਗੀ ਜੀ ਤੁਸੀਂ ਕੇਵਲ ਤਨ ਤੇ ਹੀ ਸਭਾ ਮਲੀਏ, ਮਨ ਤੇ ਅੰਦਰ ਉੱਦਾਂ ਹੀ ਕ੍ਰੋਧ ਦਾ ਭਰਿਆ ਪਿਆ। ਇਹ ਹੈ ਕਿ ਕੇਵਲ ਸਿੰਬਲ ਨਹੀਂ। ਹੁਣ ਦੇਖੋ ਇਹ ਕਕਾਰ ਵੀ ਜਿਹੜੇ ਨੇ ਆਪਾਂ ਧਰਮੀ ਬਾਣਾ ਪਾਉਂਦੇ ਆ। ਮਰਜ ਕਹਿੰਦੇ ਕਿਤੇ ਵੇਖੀ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਕਹਿੰਦੇ ਮਨ ਨਾ ਕਿਤੇ ਕਠੋਰ ਰਹਿ ਜੇ, ਮਨ ਵੀ ਬੇਦਾਗ ਅੰਦਰੋਂ ਬਣਾ। ਸੋ ਅਸੀਂ ਵਿਸ਼ੇ ਵੱਲ ਆਈਏ ਕਿ ਸਰਮ ਪਦ ਝੋਲੀ ਧਿਆਨ ਕੀ ਕਰੈ, ਵਿਭੂਤ ਖਿੰਥਾ ਕਾਲ। ਖਿੰਥਾ ਕਹਿੰਦੇ ਗੋਦੜੀ ਨੂੰ, ਕਾਲ ਕਹਿੰਦੇ ਮੌਤ ਨੂੰ। ਕਹਿੰਦੇ ਮੇਰੇ ਸਿੱਖ ਨੇ ਰੋਜ਼ ਮੌਤ ਚੇਤੇ ਰੱਖਣੀ ਆ, ਇਹ ਉਹਦੀ ਗੋਦੜੀ ਹੋਵੇ। ਜਿੱਦਣ ਬੰਦੇ ਨੂੰ ਮੌਤ ਭੁੱਲਦੀ ਆ, ਬੰਦਾ ਅਪਰਾਧ ਕਰਦਾ। ਜਿੱਦਣ ਬੰਦੇ ਨੂੰ ਮੌਤ ਭੁੱਲਦੀ ਹੈ, ਬੰਦਾ ਕਹਿੰਦਾ ਲੈ ਮੈਂ ਕਿਹੜਾ ਮਰਨ ਲੱਗਿਆ, ਮੈਂ ਆਹ ਕਰਾਂਗਾ, ਮੈਂ ਉਹ ਕਰਾਂਗਾ। ਗੁਰੂ ਸਾਹਿਬ ਕਹਿੰਦੇ ਨਹੀਂ, ਭੈ 'ਚ ਰਹਿਣਾ, ਹਰ ਦਿਨ ਨੂੰ ਆਖਰੀ ਦਿਨ ਸਮਝਣਾ। ਤੇ ਜਦੋਂ ਅਸੀਂ ਇਹ ਕਹੀਏ ਮਨਾ ਪਤਾ ਨਹੀਂ ਸਵੇਰੇ ਉੱਠਿਆ ਜਾਣਾ ਕਿ ਨਹੀਂ, ਆਪਣਾ ਸੋਲਾ ਆਪ ਹੀ ਪੜ੍ਹ ਕੇ ਸੌਂ ਜਾਈਏ। ਤੇ ਜੇ ਬੰਦਾ ਇਹ ਕੋਈ ਗੱਲ ਨਹੀਂ, ਕੱਲ੍ਹ ਦੀ ਰਾਤ ਲੰਘ ਜਾਏਗੀ, ਅਗਲੇ ਦਿਨ ਪੜ੍ਹ ਲਾਂਗੇ। ਮਰਜ ਕਹਿੰਦੇ ਨਹੀਂ, ਇੱਦਾਂ ਨਹੀਂ ਕਰਨਾ, ਮੌਤ ਦਾ ਭੈ ਰੱਖਣਾ ਆਪਣੇ ਅੰਦਰ। ਸੋ ਗੁਰੂ ਸਾਹਿਬ ਕਹਿੰਦੇ ਇੱਥੇ ਕਿਰਪਾ ਕਰਕੇ ਕਿ ਖਿੰਥਾ ਕਾਲ ਕੁਆਰੀ ਕਾਇਆ। ਕੁਆਰੀ ਕਾਇਆ ਦੇ ਅਰਥ ਨੇ ਸੰਗਤ ਜੀ, ਕਾਇਆ ਨੂੰ ਕੁਆਰੀ ਰੱਖਣਾ। ਕਿ ਪਾਤਸ਼ਾਹ ਜੀ ਸਿੱਖ ਵਿਆਹ ਨਾ ਕਰਾਉਣ, ਕਹਿੰਦੇ ਨਹੀਂ, ਕੁਆਰੀ ਦਾ ਭਾਵ ਵੀ ਕਰੈਕਟਰਲੈਸ ਨਹੀਂ ਹੋਣਾ, ਕਿਰਦਾਰ ਉੱਚੇ ਰੱਖਣੇ ਆ। ਆਪਣੀ ਇਸਤਰੀ ਸੋ ਰਤ ਹੋਏ, ਰਹਿਤਵਾਨ ਗੁਰ ਕਾ ਸਿੱਖ ਸੋਏ। ਦੇਖੋ ਅਰਦਾਸ ਕਰਨੀ, ਪਾਤਸ਼ਾਹ ਸੀ ਇਹੋ ਜਿਹੇ ਜੋਗੀ ਬਣ ਜਾਈਏ। ਅੱਜ ਤੁਸੀਂ ਕਿਰਪਾ ਕਰਦੇ ਪਏ ਹੋ ਕਿ ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਤੇ ਜਿਹੜਾ ਸਤਿਗੁਰੂ ਕਹਿੰਦੇ ਜੋਗੀਆਂ ਦੇ ਕੋਲ ਡੰਡਾ ਹੁੰਦਾ ਨਾ, ਸਿੱਖ ਕੋਲ ਮਰਜ ਕਿਹੜਾ ਡੰਡਾ ਹੋਵੇ? ਗੁਰੂ ਜੀ ਕਹਿੰਦੇ ਸਿੱਖ ਕੋਲੋਂ ਪ੍ਰਤੀਤ ਦਾ ਡੰਡਾ ਹੋਵੇ। ਪ੍ਰਤੀਤ ਕਹਿੰਦੇ ਨੇ ਵਿਸ਼ਵਾਸ, ਪ੍ਰਤੀਤ ਕਹਿੰਦੇ ਯਕੀਨ ਨੂੰ, ਭਰੋਸੇ ਨੂੰ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਆ, ਗੁਰੂ ਨਾਨਕ ਨੂੰ ਆਪਣਾ ਕਹਿਣ ਵਾਲਿਆ, ਭਰੋਸਾ ਵੀ ਕਰੀ ਕਿ ਗੁਰੂ ਨਾਨਕ ਤੋਂ ਵੱਡਾ ਸੱਚੀ ਹੋਈ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਹੋਰ। ਮਰਜ ਕਹਿੰਦੇ ਪ੍ਰਤੀਤ ਦਾ ਮੇਰੇ ਸਿੱਖ ਕੋਲ ਡੰਡਾ ਹੋਵੇ। ਫਿਰ ਚਲੋ ਇਹਨਾਂ ਪੰਕਤੀਆਂ ਨੂੰ ਗਾ ਕੇ ਮਹਾਰਾਜ ਨੇ ਕਿਹਾ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਥੇ ਚਲੋ ਆਪਾਂ ਇੰਨਾ ਕੁ ਸਮਾਂ ਲਿਆ ਕਿ ਜੋਗੀ ਹੋਵੇ ਜੋਗਵੈ, ਉਹ ਜੋਗ ਪਰਿਵਾਰ ਨਹੀਂ, ਪਰ ਗੁਰਸਿੱਖ ਜਿਹੜਾ ਜੋਗ ਬਣਾਵੇ ਉਹ ਆਪਾਂ ਇੱਥੇ ਵਿਚਾਰਿਆ। ਦੂਜੀ ਬੇਨਤੀ, ਭੋਗੀ ਹੋਵੇ ਖਾਏ। ਵੇਖੋ ਮਹਾਰਾਜ ਨੇ ਗੱਲ ਬਾਣੀ 'ਚ ਮੰਨੀ ਆ ਕਿ 3.5 ਮਣ ਦੇਹੋਰੀ ਚੱਲੈ ਪਾਣੀ ਅੰਨ। ਮੱਝ ਕਹਿੰਦੇ ਅੰਨ ਪਾਣੀ ਬਿਨਾਂ ਸਰੀਰ ਨਹੀਂ ਚੱਲਣਾ। ਜੇ ਆਪਾਂ ਕਹੀਏ ਕਿ ਛੋਟਾ ਅੰਨ ਕਰੈ ਪਖੰਡ, ਗੁਰੂ ਸਾਹਿਬ ਕਹਿੰਦੇ ਇਹ ਬਿਰਤੀ ਤਾਂ ਹੈ ਹੀ ਨਹੀਂ ਗੁਰੂ ਨਾਨਕ ਦੇ ਘਰ 'ਚ। ਪਰ ਇੱਕ ਗੱਲ ਇਹ ਧਿਆਨ ਰੱਖਣਾ, ਮਹਾਰਾਜ ਕਹਿੰਦੇ ਹਰ ਰੁੱਖੀ ਸੁੱਖੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ। ਪਾਤਸ਼ਾਹ ਕਹਿੰਦੇ ਤੂੰ ਖਾ, ਰੱਬ ਨੇ ਤੈਨੂੰ ਜਿੱਦਾਂ ਦਾ ਭੋਗ ਦਿੱਤਾ ਤੂੰ ਉਹ ਭੋਗ, ਪਰ ਉਸ ਪਰਮਾਤਮਾ ਨੂੰ ਭੁਲਾ ਕੇ ਨਾ ਭੋਗੀ। ਹਰ ਗਿਰਹਾ ਦੇ ਵਿੱਚ ਉਸ ਪਰਮਾਤਮਾ ਨੂੰ ਚੇਤੇ ਕਰ। ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ। ਜੇ ਪਰਮਾਤਮਾ ਨੂੰ ਅੰਦਰੇ ਬਾਹਰੇ ਦੇਖਣ ਦੀ ਅੰਦਰ ਤੇਰੇ ਅੰਦਰ ਸੱਚ ਵੇ ਤੀਬਰ ਇੱਛਾ ਨਾ ਬਣੀ, ਫਿਰ ਮਰਜ ਕਹਿੰਦੇ ਖਾਏ ਖਾਏ ਕਰੈ ਬਦ ਫੈਲੀ। ਕਹਿੰਦੇ ਫਿਰ ਜਿੰਨਾ ਅੰਨ ਮੂੰਹ 'ਚ ਪਾਏਗਾ ਬਦ ਫੈਲੀ ਕਰੇਗਾ। ਬਦ ਫੈਲੀ ਦਾ ਭਾਵੇਂ ਕੋਈ ਬਗੀਚਾ ਹੋਵੇ, ਬਾਗ ਹੋਵੇ, ਲੰਮਾ ਸਮਾਂ ਉਹਦੀ ਕਦੇ ਸਫਾਈ ਨਾ ਕੀਤੀ ਹੋਵੇ, ਉਹਦੇ ਵਿੱਚ ਬੋ ਆਉਣ ਲੱਗ ਪੈਂਦੀ ਆ, ਉਹਦੇ ਵਿੱਚ ਮੁਸ਼ਕ ਪੈ ਜਾਂਦੀ ਆ, ਸਮੈਲ ਆਉਣ ਲੱਗ ਪੈਂਦੀ ਆ ਉਹਦੇ ਨੇੜੇ। ਦੇਖੋ ਸਾਡੇ ਅਸੀਂ ਪਿੰਡਾਂ 'ਚ ਰਹਿੰਦੇ ਹਾਂ, ਘਰਾਂ ਅੱਗੇ ਜਦੋਂ ਕੋਈ ਇੱਦਾਂ ਦਾ ਕਰਮ ਹੋ ਜਾਵੇ ਤੇ ਅਸੀਂ ਉੱਥੋਂ ਲੰਘਦੇ ਨਹੀਂ ਕਿ ਇੱਥੇ ਬਦਬੂ ਬੜੀ ਆਉਂਦੀ। ਮਹਾਰਾਜ ਕਹਿੰਦੇ ਜਿਹੜੀ ਜ਼ਿੰਦਗੀ ਕੇਵਲ ਖਾਣ ਤੱਕ ਸੀਮਤ ਰਹਿ ਗਈ, ਰੱਬ ਦਾ ਸ਼ੁਕਰ ਭੁੱਲ ਗਈ, ਉਸ ਜ਼ਿੰਦਗੀ 'ਚ ਵਕਾਰਾਂ ਦੀ ਬੋ ਆਏਗੀ, ਲੋਕ ਲਾਗੇ ਬਹਿਣਾ ਬੰਦ ਕਰ ਦੇਣਗੇ। ਗੁਰੂ ਜੀ ਕਹਿੰਦੇ ਖਾ ਜ਼ਰੂਰ ਰੱਬ ਦਾ ਦਿੱਤਾ,
पर खा खा के भुलना, जे भुल गया फिर खाए खाए करै बद फैली। जान बिस्सू की बाड़ी जियो, वो तो शरीर जहर का भरिया है विकारां दा मर्ज, कहते उस इंसानियत धर्मी जीवन नहीं तुहानूं मिलेगा। सिख नूं तां गुरु साहब कहते भरन पोखण संग औद विहानी, दिन रात इको ही काम, खा लिया खा लिया खा लिया। मर्ज कहते जय जगदीश की गत नहीं जानी, तैनूं परमात्मा भाई भुल गया। पर एक गुण दिता महाराज ने, गुरु साहब कहते तू एक गुण लै, जेड़े बड़ा खांदे ना वो शर्मांदे नहीं, कहते ना भुखा बंदा शर्मा गया तो फिर वो तो भुखा रह गया। गुरु अर्जुन दे पिता का एक बचन है, कहते भूखे खावत लाज ना आवे, त्यों हर जन हर गुण गावे। कहते भुखा बंदा जदों खान लगे वो शर्माउंदा नहीं, भावें अपना घर होवे बगाने दा, तू रब की भगती कर लगे शर्मा ना। तू रब रब करे भावें तैनूं कोई वेखे ना, साडा सुभाव है असी कहने जी दिखावा नहीं करना। मैं कहना करया करो, हो सकता जे तुहाडी रीस नाल कोई वधिया कोठी पा सकदा है, अजकल चलदी रीस ही है ना, तुहाडी रीस नाल कोई वधिया गड्डी लिया सकदा है। तुहाडा पाया तन ते कपड़ा लोग पुछदे नहीं कित्थों लैके आई है, मैं भी तेरे वर्गा लियाना। सिखा तू उच्ची उच्ची बाणी पढ़, कदे तेरी रीस करके गुआंढी भी घर सुखमनी साहब कर ला पे। लुका ना, तू उच्ची उच्ची मूल मंत्र कर, तू तुरद्या फिरद्या रब रब कर, क्योंकि अज बंदा रीस का भुख है, किते उहदे मन च भी आ जे मना जे रीस रब रब करके इन्ना कुछ लै गई, मैं क्यों पिछे रह गई। इनू लैके आइए, ये दिखावा होर चीज़ है, पर शरदा नाल गुरु गुरु करना होर चीज़ है। गुरु जी कहते भूखे खावत लाज ना आवे, त्यों हर जन हर गुण गावे। इत्थे ना एक गाथा आप जी नाल सांझी करनी है, बड़ी प्यारी आ ते विचार सौखी हो जाती कि केवल खाण लई नहीं जम्मे आपां, जे खाण लई जम्मे आ फिर महाराज कहते ना फिट वेहा जीविया जित खाए वधाया, पेट नानक सच्चे नाम बिन सब्बो दुश्मन हेत। बाबा कबीर कहते दीन विसारियो रे दीवाने दीन विसारियो, ते अगे कृपा करके कहते आ पेट भरियो पशुआ ज्यों सोयो, मनुख जन्म हैरियो। कहते फिर तेरे च ते पशु च की फर्क, वो भी खा के बेचारे पे रहंदे आ, तू भी खा के दुलत्ते मारदा, रब रब क्यों नहीं करदा। सतगुरु चलो एक घटना जिहड़ी कहते एक बारी ना एक हाथी मरिया, ध्यान नाल सुनियो, ते ओदी ना लाश रुड़दी जाए दरिया विच, पानी दा वहाव हुंदा ना, ते दरिया दा पानी उन्नी देर तक नहीं रुकदा जदों तक अपने जाके शव सागर समुंदर नूं ना मिल पे, क्योंकि दरिया दी हस्ती, दरिया दा मिलाप, दरिया दी दौड़ भज समुंदर दे मिलाप तक है। जदों समुंदर दा मिलाप हो जाए तो दरिया दा पानी रुक जाता है। हुण होया कि कहते हाथी मरिया, उहदी लाश नदी च रुड़दी जाए, कां दा ध्यान पै गया, कां उड़ के आया, उपर बैठा बड़ा खुश होया, कहन लगा वाह परमात्मा बड़े नज़ारे बजे ही, लागे पानी का भी वहा ते एडा वड्डा तू मैनू मास का खजाना देता। कहते उन्हें रज के ना ठूंगे मार मार के मास खादा ते लागो पानी पी लिया, उड्डन लग्या। उहदे मन च आया मना उड़ के कित्थे जाना है, 4 दिन इत्थे ही रह, ਇਹਦੇ पिंजर ते बैठा रह, मास भी खाई चल, प्यास लगे तो नदी वगदी आ पानी भी पी चल। उन्हें इदा ही किया, उड़ के नहीं गया, उन्हें मास खाई जाया करना, प्यास लगे तो दरिया वगदे चो पानी पी लिया करना। हुण होया कि कई दिन लंघे संगत जी, आखिरकार लाश हाथी की रुड़दी रुड़दी समुंदर के पानी च जाके पई, क्योंकि समुंदर जिन्ना दरिया वगदा सी उह समुंदर वाल जा रहा सी। हुण समुंदर का पानी खारा हुंदा है, विग्यान कहता पानी पीओ तो मौत हो जाती है कुछ समय बाद। हुण जदों समुंदर तुसीं वेखो बड़े गहरे ते बड़े विशाल, दूर दूर तक कोई तट नहीं हुंदा, कोई रुख नहीं हुंदे। हुण ये जिहड़ी गाथा सानूं ये समझाउंदी कि जिहड़ा कां सी ना, जिहड़ा हाथी दे लोथ दे उत्ते बह के आ रहा सी, कई दिन तो खा रहा सी, नदी का पानी पी रहा सी, हुण आतर हो गया। हुण हाथी भी ना रहा, पानी भी पीण जोग नहीं। हुण संगत जी जक्को तक्के लैंदा मना, 4 दिन खादा 4 दिन पीता, इत्थे तां दूर दूर तक मैनू किनारा ही नहीं नज़र आउंदा। कहते चारे पासे उड्डिया, प्यास नाल भी मरे, भुख नाल भी मरे, किनारा ना किते लभे हुण, क्योंकि समुंदर बहुत वड्डा है। कहते आखिरकार भुखा ध्याया, उड़द्यां उड़द्यां जदों खंभां की सतह मुकी ते घुमदा घुमदा समुंदर च डिग्या,
थल्ले मगरमच्छ ने अपना आहार बना के मौत के घाट उतारता। हुण ये घटना सानू कहानी समझा की रही, हर वो बंदा जिहड़ा केवल सवेर तो शाम तक खांदा वो कांविरती है। इनू सुनियो ध्यान नाल। ते वो कहंदा लै खा लिया पी लिया बस बहुत आ। मर्ज कहंदे खाण पीण च 4 दिन जिंदगी दे मिले निकल गए, मौत आई सच एवे सच सार आई, जो सी वो मौत ने अपने कलावे च लिया। गुरु साहब कहंदे वेख केवल खा पी ना, नहीं तो तेरे हाल भी उस कां वर्गे होने आ जिदन रब नाल जाके वाह पैने, उदन बंदगी तो बिना तेनू किसे नहीं पुछ होनी, तेनू किसे नहीं पुछना। सो इदां महाराज किरपा कर दे कि आपां उस परमात्मा दा शुक्र किवें करना है। काम क्रोध अर लोभ मोह बिन सजाए आहमेव। सतगुरु जी कहंदे नानक प्रभ शरनागति कर प्रसाद गुरदेव। एक बचन है बाणी दा। गुरु साहब जी कहंदे नानक भुसरियां पकाइयां पाइयां थाले माए, जिन्नी गुरु मनाया रज रज सही खाए। कहंदे छको भाई पर गुरु नू मना के, गुरु नू याद करके, गुरु दा शुक्र करके। पुराने समयां च ना जदों साडे बजुर्गां प्रसादा छकना ते बुरकी तोड़ के कावां नू पा देनी, घरां विच बैठे पशुआं नू पा देनी। ये एक भाव हुंदा सी अंदर। अज माफ़ करियो संकीर्ण हो गए, बहुते पढ़े लिखे हो गए। अज साडा वो रहा नहीं। अजकल वैसे भी श्राद्धां दे दिन चल रहे आ। दरबार साहब भी तुसी वेखो हर दूसरा रागी शब्द पढ़दा पिया कि जीवै पितर ना मानै को मुए सिराद कराही। इन्हां वहमां भरमां तो भी निकलना, आप चंगा खाना, अपने बजुर्गां नूं चंगा खवाना, इस तो वड्डा कोई श्राद नहीं। होर भुखे नूं रोटी खवानी बहुत वड्डा श्राद है। बाद च तां भाइयां दे जिन्ने मर्जी ढिड भरी चलो। सो आओ विषय वल। तपिया होवै तप करे। तपिया बंदा कहंदा मैनूं तप बहुते वधिया लगदे आ। दर्शन करो उस धरती दे सियालकोट दे जिथे वड्डा तपी एक बैठा है, जिन्हों खमजा गोश कहंदे आ। इन्हें भी कहा सी कि सारा पिंड गर्क कर देंगा, 40 दिन का चलीया लगा कटन। गुरु साहब जी जाते आ, इनू समझाते आ, कह लगे जे तैनू कोई रब ने विद्या रिद्धि सिद्धि दिती आ ते ये लोगों के भले लिए हुंदी आ, नगर नू गर्क करन लई नहीं। उन्हें कहा सी सारे झूठे। फिर उत्थे मूला खत्तरी मार्ज आके कहंदा वेख तेरी नगरी विच इन्ने ज्ञानवान लोग बैठे आ जिन्हां जिउंदियां जी ये मान लिया कि मरना सच ते जिउणा झूठ है। गुरु साहब कहंदे तपी बंदे नूं तप चंगा लगदा है। पुछिए महाराज जी सिख दा तप किहड़ा है? सिख ने किहड़ा तप करना? क्योंकि दुनिया दे तप तां तुसीं मनदे नहीं। क्यों हुण देखो तप करना कि नाम जपन लगे, इन्हां ने करना किल्ली नाल बाल बन लैणे कि नींद दा झोका आवे ते बाल पटाउण दर्द होवे, फिर रब रब करना शुरू कर दिए। इन्हां ने खूह दे कंढे ते जाके बह जाना कि खूह दे कंढे ते बैठिए, ये डर करके ही नींद ना आवे जे झोका आ गया तो किते खूह च ना डिग जाइए। इन्हां ने अत दा जून महीने दा गर्मी होनी ते होर धूने बाल के ते तप साधने, बर्फ दियां सिल्लां ते ठंड विच बह के तप करने। दसो जे बाबे नानक ने इहो जिहा नितनेम दिता हुंदा ते कोई आउंदा इधर नूं? कोई किसे नहीं आउणा सी। पर गुरु साहब कहंदे सी तू जे ठंडी रोता है तो भावें हीटर ला के नितनेम कर, जे गर्मी की रोता है एसी का फायदा लै। पर गुरु साहब कहंदे आ इन्ना भी अवेसला ना हो जा कि सुख साधन ते भोगे देन वाला विसर जे तैनू। गुरु नानक दा मत बड़ा सौखा पर साडी समझ च पता नहीं क्यों नहीं आउंदा। हुण इत्थे महाराज कहंदे आपां पता किहड़ा तप करना है? गुर सेवा तपां सिर तप सार। धन गुरु अमरदास जी का बचन है कि गुरु की सेवा तो वड्डा संगत जी कोई तप नहीं। घर च भी बहुत काम करते हैं, रेस्टोरेंटां च लोग काम करते आ, सारा सारा दिन लोग भांडे मांजते रहंदे आ। मोची दियां दुकानां ते जाओ, जोड़ियां दियां दुकानां ते जाओ, सारी दिहाड़ी लोग बूटां जोड़ी जुत्तियां च रहंदे आ। पर गुरु नानक दे घर दा एक जोड़ा झाड़िया जन्मां जन्मां दी मैल कट दिंदा है। गुरु नानक दे घर दे विच भांडे धोतियां पता नहीं किन्नियां क रहमतां झोली च आ जांदियां। गुरु नानक दे चरनां दी धूड़ लाया मुकद्दर जाग पैंदे आ साध संगत। सो गुरु साहब कहंदे यह है सब तो वड्डा तप जिहड़ा सिख ने करना है। तीरथ मल मल नहाए। हुण गुरु नानक दे घर च तीर्थ किहड़ा है? वो है कि नाम रते तीर्थ से निर्मल। गुरु जी कहंदे नाम च रंगे जाओ, इस तो वड्डा कोई तीर्थ नहीं।
ਤੀਰਥ ਦੇ ਵੈਸੇ ਲਫ਼ਜ਼ੀ ਅਰਥ ਨੇ ਪਵਿੱਤਰ। ਜਾਂ ਮਹਾਰਾਜ ਦਾ ਇਹ ਬਚਨ ਪੜ੍ਹਦੇ ਹਾਂ, ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਗੁਰੂ ਸਾਹਿਬ ਕਹਿੰਦੇ ਤੀਰਥ ਨਹਾਵਾਂ ਜੇ ਤਿਸ ਭਾਵਾਂ, ਮੈਂ ਤਾਂ ਨਹਾਵਾਂ ਜੇ ਤੈਨੂੰ ਚੰਗਾ ਲੱਗੇ। ਤੇ ਮਹਾਰਾਜ ਕਹਿੰਦੇ ਜੇ ਤੈਨੂੰ ਹੀ ਨਹੀਂ ਚੰਗਾ ਲੱਗਦਾ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ, ਫਿਰ ਮੈਂ ਕਿਉਂ ਨਹਾਵਾਂ। ਹਾਂ, ਇਸੇ ਬਾਣੀ 'ਚ ਜਵਾਬੇ ਅੰਤਰਗਤ ਤੀਰਥ ਮਲ ਨਹਾਓ। ਮਹਾਰਾਜ ਕਹਿੰਦੇ ਇੱਕ ਤੀਰਥ ਦਾ ਇਸ਼ਨਾਨ ਕਰ, ਘਰ 'ਚ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਇਹ ਆਤਮਕ ਇਸ਼ਨਾਨ ਹੋਵੇਗਾ। ਤੇਰਾ ਸੱਦੜਾ ਸੁਨੀਜੈ ਭਾਈ, ਜੇ ਕੋ ਵਹਿ ਅਲਾਏ। ਗੁਰੂ ਨਾਨਕ ਜੀ ਕਹਿੰਦੇ ਪ੍ਰਮਾਤਮਾ ਤੇਰੀ ਕੋਈ ਸਾਖੀ ਸੁਣਾਉਣ ਵਾਲਾ ਮਿਲੇ, ਮੈਂ ਸੱਦ ਕੇ ਜਾਵਾਂ ਉਤੋਂ। ਤੇਰੀਆਂ ਕੋਈ ਗੱਲਾਂ ਸੁਣਾਉਣ ਵਾਲਾ ਮਿਲੇ, ਸੱਦੜਾ ਕਹਿੰਦੇ ਤੇਰਾ ਕੋਈ ਮੈਨੂੰ ਆ ਕੇ ਸੱਦਾ ਸੁਣਾਵੇ, ਤੇਰੀਆਂ ਗੱਲਾਂ ਕਥਾ ਕਹਾਣੀਆਂ ਸੁਣਾਵੇ। ਸਾਚੇ ਵੇ ਮੈਂ ਰੋਮ ਰੋਮ ਬਹਿ ਅਲਾਏ, ਬਹਿ ਕੇ ਸੁਣਾਏ ਤੇ ਮੈਂ ਰੋਮ ਰੋਮ ਖੰਨੀਆਂ ਖੰਨੀਆਂ ਉਤੋਂ ਸੱਦ ਕੇ ਜਾਵਾਂ। ਅੱਜ ਸਾਡੇ ਅੰਦਰ ਇਹ ਵੀ ਇੱਕ ਭੁੱਖ ਚਾਹੀਦੀ ਹੈ, ਸਾਡੇ ਅੰਦਰ ਇੱਕ ਲਾਲਸਾ ਹੋਵੇ ਕਿ ਆਪਾਂ ਯਤਨਸ਼ੀਲ ਰਹੀਏ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੈ ਪਾਤਸ਼ਾਹ, ਉਹਨਾਂ ਨਾਲ ਮਿਲਾਪ ਕਰਾ ਜੋ ਤੇਰਾ ਸੱਦੜਾ ਸੁਣਾਉਣ, ਜਿਨ੍ਹਾਂ ਕੋਲ ਬਹਿ ਕੇ ਤੇਰੇ ਨਾਲ ਹੋਰ ਪਿਆਰ ਵਧੇ। ਇਹਨੂੰ ਬਾਣੀ 'ਚ ਵੀ ਪੜ੍ਹ ਲਓ। ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਆਪਾਂ ਜਦੋਂ ਸਤਿਗੁਰੂ ਕਿਰਪਾ ਕਰੇ ਤੇ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ। ਆਓ ਗੁਰੂ ਸਾਹਿਬ ਕਹਿੰਦੇ ਸਖੀਆਂ ਨਾਲ ਬਹਿ ਕੇ ਵਾਹਿਗੁਰੂ ਜੀ ਦੇ ਗੁਣ ਗਾਓ। ਜਾਂ ਇੱਕ ਅਸੀਂ ਬਚਨ ਪੜ੍ਹਦੇ ਹਾਂ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ। ਜੋੜੀ ਦਾ ਭਾਵੇਂ ਇੱਕ ਨਾ ਪੁਰਾਣੇ ਸਮਿਆਂ 'ਚ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਹੁਤ ਚੌਪੜ ਦੀ ਖੇਡ ਖੇਡੀ। ਇਹਦੇ ਵਿੱਚ 16 ਜਿਹੜੀਆਂ ਨਰਦਾਂ ਦੇ ਨਾਲ ਇਹ ਖੇਡ ਖੇਡੀ ਜਾਂਦੀ ਰਹੀ। ਹੁਣ ਤੁਹਾਨੂੰ ਪਤਾ ਕੋਈ ਵੀ ਖੇਡ ਆ ਉਹ 2 ਬੰਦਿਆਂ ਤੋਂ ਘੱਟ ਕੌਣ ਖੇਡੇ। ਗੁਰੂ ਸਾਹਿਬ ਕਹਿੰਦੇ ਸੰਗਤ ਨੂੰ ਸਾਫ ਬਣਾ ਚੌਪੜ ਦੀ, ਤੇ ਜੋੜੀ ਦਾ ਭਾਵੇਂ ਕੋਈ ਰੰਗੀ ਰੂਹ ਦੇ ਕੋਲ ਜਾ ਕੇ ਬਹਿ, ਉਹਨੂੰ ਕਹਿ ਖੁਦ ਗੁਰੂ ਗੁਰੂ ਕਰ ਤੇ ਮੈਨੂੰ ਗੁਰੂ ਗੁਰੂ ਕਰਨਾ ਸਿਖਾ ਦੇ। ਹਰ ਨਾਮੈ ਕੇ ਹੋਵੋ ਜੋੜੀ, ਨਾਮ ਦੇ ਨਾਲ ਜੁੜ, ਨਾਮ ਦੀਆਂ ਜੁੜੀਆਂ ਹੋਈਆਂ ਰੂਹਾਂ ਦੇ ਕੋਲ ਬਹਿਣਾ ਸ਼ੁਰੂ ਕਰ, ਆਪਣੇ ਅੰਦਰ ਇੱਕ ਭੁੱਖ ਪੈਦਾ ਕਰ। ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਏ, ਇਨ ਬਿਤ ਪਾਸਾ ਢਾਲੋ ਮੀਤ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਹਿ ਲੱਗੈ ਪੀਰ। ਕਹਿੰਦੇ ਜਦੋਂ ਦਿਨ ਰਾਤ ਗੁਰੂ ਗੁਰੂ ਕਰਨਾ ਸ਼ੁਰੂ ਕਰ ਦੋਗੇ ਜਮਾਦੀ ਮਾਰ ਤੋਂ ਬਚ ਜਾਗੇ। ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤ ਕੀਆਂ। ਇਹਨੂੰ ਕਹਿੰਦੇ ਤੇਰਾ ਸੱਦੜਾ ਸੁਨੀਜੈ ਭਾਈ, ਜੇ ਕੋ ਬਹਿ ਅਲਾਏ। ਮਹਾਰਾਜ ਜੀ ਅਸੀਂ ਸੁਣਨ ਨੂੰ ਤਿਆਰ ਹਾਂ, ਸਾਨੂੰ ਕੋਈ ਤੁਹਾਡੀਆਂ ਗੱਲਾਂ ਸੁਣਾਵੇ ਤਾਂ ਸਹੀ। ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ, ਜੈਸਾ ਬੀਜੈ ਸੋ ਲੁਣੇ, ਜੋ ਖੱਟੇ ਸੋ ਖਾਏ। ਸੰਗਤ ਜੀ ਇਸ ਧਰਤੀ 'ਤੇ ਆ ਕੇ ਆਪਾਂ ਉਹੀ ਕੁਝ ਛਕ ਰਹੇ ਹਾਂ, ਦੁੱਖਾਂ ਦਾ ਸੁੱਖਾਂ ਦਾ ਕਰਮਾਂ ਦਾ ਜੋ ਅਸੀਂ ਬੀਜ ਕੇ ਆਏ ਹਾਂ। ਇੱਥੇ ਜੋ ਬੀਜ ਦਿਆਂਗੇ ਇੱਥੇ ਵੀ ਭੋਗਾਂਗੇ, ਤੇ ਜਿਹੜਾ ਬਕਾਇਆ ਰਹਿ ਗਿਆ ਉਹ ਅਗਾਂਹ ਚਲਿਆ ਜਾਂਦਾ। ਉਨੀਆਂ ਜੂਨਾਂ ਭੋਗਦੇ ਹਾਂ। ਉਹ ਫਿਰ ਮਹਾਰਾਜ ਕਹਿੰਦੇ ਆਓ ਭਾਈ ਕੁਝ ਚੰਗਾ ਬੀਜੀਏ, ਜਦੋਂ ਚੰਗਾ ਬੀਜਾਂਗੇ ਤੇ ਵੱਢਣ ਲੱਗੇ ਭੋਗਣ ਲੱਗੇ ਔਖਾਈ ਨਹੀਂ ਹੋਵੇਗੀ। ਅੱਗੇ ਪੁੱਛ ਨਾ ਹੋਵਈ, ਜੇ ਸਣ ਨਿਸ਼ਾਨੈ ਜਾਏ, ਨਿਸ਼ਾਨੈ ਜਾਏ। ਮਹਾਰਾਜ ਕਹਿੰਦੇ ਜੇ ਤੇਰੇ ਕੋਲ ਨਾਮ ਦਾ ਨਿਸ਼ਾਨ ਹੋਵੇਗਾ, ਨਾਮ ਦਾ ਪਰਵਾਨਾ ਹੋਵੇਗਾ, ਨਾਮ ਦਾ ਅਜਿੱਤ ਰੂਪੀ ਤੇਰੇ ਕੋਲ ਸਤਿਗੁਰੂ ਕਹਿੰਦੇ ਖਜ਼ਾਨਾ ਹੋਵੇਗਾ, ਤੇਰੀ ਅੱਗੇ ਪੁੱਛ ਨਹੀਂ ਹੋਵੇਗੀ। ਵੇਖੋ ਪੁੱਛ ਕਿਹਦੀ ਹੁੰਦੀ ਆ। ਅਸੀਂ ਸਫ਼ਰ ਕਰਦੇ ਹਾਂ, ਸਾਡੇ ਡਾਕੂਮੈਂਟ ਪੂਰੇ ਨਾ ਹੋਣ ਤੇ ਆਪਾਂ ਡਰਦੇ ਹਾਂ। ਮਹਾਰਾਜ ਕਹਿੰਦੇ ਦੁਨੀਆ ਦੇ ਅੰਦਰ ਜਦੋਂ ਕੋਈ ਵੀ ਸਾਡੇ ਕੋਲ ਡਾਕੂਮੈਂਟ ਘੱਟ ਹੈ, ਆਪਾਂ ਡਰਦੇ ਹਾਂ ਕਿਤੇ ਪੁੱਛ ਨਾ ਹੋਵੇ। ਇਸੇ ਤਰ੍ਹਾਂ ਜਿਨ੍ਹਾਂ ਕੋਲ ਧਰਮੀ ਜੀਵਨ, ਨਿਤਨੇਮ, ਸਦਾਚਾਰ, ਸ਼ੁਭ ਅਮਲ, ਸੇਵਾ ਸਿਮਰਨ ਸੰਗਤ ਹੋਈ, ਗੁਰੂ ਸਾਹਿਬ ਕਹਿੰਦੇ ਭਰੋਸਾ ਕਰ ਲਓ ਤੁਹਾਡੀ ਕੋਈ ਪੁੱਛ ਨਹੀਂ ਹੋਵੇਗੀ। ਤੁਸੀਂ ਜਮਾਂ ਦੇ ਘਰ ਨਹੀਂ ਜਾਓਗੇ, ਤੁਹਾਡੇ ਨਰਕਾਂ ਦੇ ਰਾਹ ਨਹੀਂ ਤੁਸੀਂ ਜਾਓਗੇ। ਗੁਰੂ ਸਾਹਿਬ ਕਹਿੰਦੇ ਪਰ ਇਹ ਸਭ ਕੁਝ ਨਾ ਹੋਇਆ ਫਿਰ ਪੁੱਛ ਜ਼ਰੂਰ ਹੋਣੀ ਆ ਕਿ ਕੀ ਖੱਟਿਆ ਤੇ ਭਾਈ ਕੀ ਗਵਾ ਕੇ ਆਇਆ, ਕਿੱਥੇ ਉਮਰ ਵਿਹਾਜ ਕੇ ਆ ਗਿਆ। ਸੋ ਗੁਰੂ ਕਿਰਪਾ ਕਰਨ ਅਖੀਰ ਤੇ 2 ਪੰਕਤੀਆਂ ਦਾ ਪਾਠ ਜਿਹੜਾ ਕਿ ਤੈਸੋ ਜੈਸਾ ਕਾਢੀ ਹੈ, ਇਹਦੇ ਅਰਥ ਨੇ
ਅਸੀਂ ਜਿਹੋ ਜਿਹੇ ਕਰਮ ਕਰਦੇ ਹਾਂ ਉਹੋ ਜਿਹੇ ਸਾਡੇ ਨਾਂ ਪੈ ਜਾਂਦੇ ਆ। ਉਹੋ ਜਿਹੇ ਲੋਕੀ ਸਾਨੂੰ ਕਹਿਣਾ ਸ਼ੁਰੂ ਕਰ ਦਿੰਦੇ ਜੈਸੀ ਕਾਰ ਕਮਾਏ। ਜਿਹੋ ਜਿਹੇ ਹੁਣ ਇੱਕ ਕਿਸਾਨ ਬੰਦਾ ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਕਿਸਾਨ, ਫੌਜੀ ਬੰਦੇ ਨੂੰ ਕਹਿੰਦੇ ਹਾਂ ਫੌਜੀ ਆ, ਸਾਧ ਨੂੰ ਕਹਿੰਦੇ ਹਾਂ ਸਾਧ ਹੈ, ਚੋਰ ਨੂੰ ਕਹਿੰਦੇ ਹਾਂ ਚੋਰ ਹੈ, ਨਿੰਦਕ ਨੂੰ ਕਹਿੰਦੇ ਹਾਂ ਨਿੰਦਕ ਹੈ, ਚੁਗਲੀਆਂ ਕਰਨ ਵਾਲਿਆਂ ਨੂੰ ਕਹਿੰਦੇ ਹਾਂ ਚੁਗਲਖੋਰ ਬੜਾ ਤਗੜਾ ਹੈ। ਹੁਣ ਸਾਰੇ ਆ ਜਿਹੋ ਜਿਹੇ ਕਰਮ ਕਰਦੇ ਚੱਲਾਂਗੇ ਉਹੋ ਜਿਹਾ ਸਾਡਾ ਨਾਮ ਪੈਂਦਾ ਜਾਊਗਾ। ਜੋ ਦਮ ਚਿਤ ਨਾ ਆਵਈ ਸੋ ਦਮ ਬਿਰਥਾ ਜਾਏ। ਕਹਿੰਦੇ ਜਿਹੜਾ ਦਮ ਚੇਤੇ ਆ ਜੇ ਉਹੀ ਸੰਗਤ ਜੀ ਲੇਖੇ ਲੱਗਦਾ, ਬਾਕੀ ਤਾਂ ਸਭ ਬਿਰਥੇ ਹੀ ਜਾ ਰਹੇ ਆ। ਸਤਿਗੁਰੂ ਜੀ ਕਹਿੰਦੇ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ, ਤੂੰ ਰੱਬ ਰੱਬ ਕਰਿਆ ਕਰ ਜਦੋਂ ਤੱਕ ਅਖੀਰਲਾ ਸਵਾਸ ਨਾ ਆ ਜੇ ਉਨੀ ਦੇਰ ਤੱਕ ਛੱਡੀ ਨਾ ਅਭਿਆਸ। ਇਹ ਤਨ ਵੇਚੀ ਬੈ ਕਰੀ ਜੇ ਕੋ ਲਏ ਵਿਕਾਏ। ਗੁਰੂ ਨਾਨਕ ਨਾ ਉੱਚੀ ਪੁਕਾਰ ਕੇ ਕਹਿੰਦੇ ਉਹ ਦੁਨੀਆ ਦੇ ਲੋਗੋ ਕੋਈ ਰੱਬ ਦਾ ਨਾਮ ਝੋਲੀ ਪਾ ਦੇ, ਜੇ ਮੇਰਾ ਸਰੀਰ ਵੀ ਬੈ ਕਰਨਾ ਹੋਵੇ ਤੇ ਮੈਂ ਬੈ ਕਰਦਾ। ਬੈ ਦਾ ਭਾਵ ਸੌਖਾ ਹੀ ਆ, ਜ਼ਮੀਨ ਕਿਸੇ ਤੋਂ ਪੈਸੇ ਦੇ ਕੇ ਲੈ ਲਈਏ ਤੇ ਅਸੀਂ ਕਹਿੰਦੇ ਆ ਮੈਂ ਜ਼ਮੀਨ ਫਲਾਣੇ ਨੂੰ ਬੈ ਕਰਤੀ। ਗੁਰੂ ਸਾਹਿਬ ਜੀ ਸਿੱਖ ਨੇ ਕਿਵੇਂ ਆਪਣੇ ਆਪ ਨੂੰ ਤੁਹਾਡੇ ਅੱਗੇ ਵੇਚਣਾ? ਤੇ ਮਹਾਰਾਜ ਕਹਿੰਦੇ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ। ਕਹਿੰਦੇ ਤੂੰ ਗੁਰੂ ਦਾ ਉਪਦੇਸ਼ ਲੈ, ਗੁਰੂ ਦੇ ਬਚਨ ਲੈ ਤੇ ਬਚਨ ਉਪਦੇਸ਼ ਲੈ ਕੇ ਆਪਣਾ ਮਨ ਤੇ ਆਪਣਾ ਤਨ ਗੁਰੂ ਨੂੰ ਵੇਚ ਦੇ, ਫਿਰ ਤੈਨੂੰ ਜਿੱਧਰ ਗੁਰਬਾਣੀ ਲਾਵੇ ਉਧਰ ਨੂੰ ਤੁਰਿਆ ਚੱਲ। ਇਹ ਹੈ ਆਪਣਾ ਆਪਾ ਗੁਰੂ ਨੂੰ ਵੇਚਣਾ। ਸਤਿਗੁਰੂ ਜੀ ਕਹਿੰਦੇ ਤੈ ਸਾਹਿਬ ਕੀ ਬਾਤ ਜੇ ਆਖੈ ਕਹੂੰ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ। ਹਉ ਤਨ ਅਰਪੀ ਸਭ ਧਨ ਅਰਪੀ, ਅਰਪੀ ਸਭ ਦੇਸਾਂ। ਮਹਾਰਾਜ ਕਹਿੰਦੇ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾਂ। ਮੈਂ ਸਭ ਕੁਝ ਤਨ ਮਨ ਧਨ ਸਿਰ ਅਰਪ ਕਰਦਿਆਂ ਜਿਹੜਾ ਮੈਨੂੰ ਰੱਬ ਦੇ ਨਾਮ ਨਾਲ ਜੋੜ ਦੇਵੇ। ਨਾਨਕ ਕੰਮ ਨਾ ਆਵਈ ਜਿਤ ਤਨ ਨਾਹੀ ਸੱਚਾ ਨਾਉ। ਸੰਗਤ ਜੀ ਇਸ ਸਰੀਰ 'ਚ ਸਭ ਕੁਝ ਹੋਇਆ ਨਾ, ਸੁੰਦਰਤਾ ਹੋਈ, ਚਤੁਰਾਈ ਹੋਈ, ਸਿਆਣਪ ਹੋਈ, ਬਹੁਤ ਕੁਝ ਹੋਇਆ, ਬੜਾ ਬਾਹੂਬਲ ਹੋਇਆ। ਮਹਾਰਾਜ ਕਹਿੰਦੇ ਕੰਮ ਨਹੀਂ ਆਉਣਾ ਜੇ ਸੱਚਾ ਨਾਮ ਨਾ ਹੋਇਆ, ਕੰਮ ਨਹੀਂ ਆਉਣਾ ਜੇ ਭਗਤੀ ਨਾ ਹੋਈ। ਇਸ ਕਰਕੇ ਸਿੱਖਾ ਭੁੱਖ ਪੈਦਾ ਕਰ ਕਿ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨਾ। ਸਤਿਗੁਰੂ ਕਿਰਪਾ ਕਰਕੇ ਸਾਨੂੰ ਵੀ ਉਹ ਨਾਮ ਦੀ ਦਾਤ ਦਿਓ ਤਾਂ ਕਿ ਜਦੋਂ ਸਾਡੀ ਪੁੱਛ ਹੋਣ 'ਤੇ ਆਵੇ ਤੇ ਤੁਸੀਂ ਬਾਂਹ ਫੜ ਕੇ ਸਾਡਾ ਬੇੜਾ ਬੰਨੇ ਲਾ ਦਿਓ ਜੀ। ਭੁੱਲਾਂ ਦੀ ਖਿਮਾ ਆਪ ਸੰਗਤ ਗੁਰੂ ਬਖਸ਼ਣ ਜੋਗ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ।